ਡੀਅਰ ਸਟੂਡੈਂਟਸ, ਬੇਸਿਕਸ ਆਫ ਮੈਨੇਜਮੈਂਟ ਜੋ ਕਿ 6th ਸਮੈਸਟਰ ਦਾ ਕਾਮਨ ਸਬਜੈਕਟ ਹੈ, ਉਸ ਦਾ ਚੈਪਟਰ ਮਿਸਲੇਨੀਅਸ ਕਨਸੈਪਟਸ ਉਹ ਆਪਾਂ ਪਿਛਲੇ ਲੈਕਚਰ ਦੇ ਵਿੱਚ ਸ਼ੁਰੂ ਕੀਤਾ ਸੀ। ਅੱਜ ਆਪਾਂ ਉਸ ਦਾ ਅਗਲਾ ਪਾਰਟ ਜੋ ਹੈ ਉਹ ਪੜ੍ਹਾਂਗੇ। ਪਹਿਲਾਂ ਆਪਾਂ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਬਾਰੇ ਵਿੱਚ ਪੜ੍ਹਿਆ। ਅੱਜ ਆਪਾਂ ਕਸਟਮਰ ਐਕਸਪੈਕਟੇਸ਼ਨ ਤੇ ਕਸਟਮਰ ਸੈਟਿਸਫੈਕਸ਼ਨ ਇਹਦੇ ਬਾਰੇ ਪੜ੍ਹਾਂਗੇ। ਕਸਟਮਰ ਐਕਸਪੈਕਟੇਸ਼ਨ, ਕਸਟਮਰ ਦੀ ਕੀ ਐਕਸਪੈਕਟੇਸ਼ਨ ਹੈ ਸਾਡੀ ਕੰਪਨੀ ਤੋਂ, ਉਹ ਕਿਵੇਂ ਆਇਡੈਂਟੀਫਾਈ ਹੋ ਸਕਦੀ ਹੈ? ਪੀਰੀਓਡਿਕ ਕੰਟਰੈਕਟ ਰਿਵਿਊਜ਼ ਕਰਕੇ ਕਿ ਜਿਹੜੇ ਕੰਟਰੈਕਟ ਹੈ ਕਿ ਉਹਨੂੰ ਕੀ ਸਪੈਸੀਫਿਕੇਸ਼ਨਾਂ ਚਾਹੀਦੀਆਂ, ਕਿਸ ਤਰ੍ਹਾਂ ਦਾ ਉਸਨੂੰ ਡਿਲੀਵਰੀ, ਉਸ ਦਾ ਕੀ ਡਿਮਾਂਡ ਹੈ ਕਿ ਕਿਸ ਤਰ੍ਹਾਂ ਉਸ ਨੂੰ ਡਿਲੀਵਰੀ ਕੀਤੀ ਜਾਏ, ਕਿਸ ਤਰ੍ਹਾਂ ਦੀ ਪੈਕੇਜਿੰਗ ਹੋਵੇ, ਇਹ ਕੰਟਰੈਕਟ ਦੇ ਵਿੱਚ ਲਿਖੀਆਂ ਹੋਈਆਂ ਸ਼ਰਤਾਂ ਹੁੰਦੀਆਂ। ਇਸ ਤੋਂ ਬਾਅਦ ਟੈਲੀਫੋਨਿਕ ਇੰਟਰਵਿਊ ਕਰਕੇ ਐਕਸਪੈਕਟੇਸ਼ਨ ਕੀਤੀ ਜਾ ਸਕਦੀ ਹੈ। ਵਾਰੰਟੀ ਰਿਕਾਰਡਸ ਤੋਂ ਵੀ ਕਿ ਕਿਸ ਤਰ੍ਹਾਂ ਦੀ ਵਾਰੰਟੀ ਯੂਜ ਹੋਈ, ਕਿਸ ਤਰ੍ਹਾਂ ਦੀ ਵਾਰੰਟੀ ਉਹ ਚਾਹੁੰਦਾ ਕਸਟਮਰ। ਸੈਟਿਸਫੈਕਸ਼ਨ ਸਰਵੇਜ਼, ਇੱਕ ਸਰਵੇ ਕਰਕੇ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਕਸਟਮਰ ਕੀ ਡਿਮਾਂਡ ਕਰਦਾ ਹੈ। ਮਾਰਕੀਟ ਰਿਸਰਚ, ਇਹ ਇੱਕ ਬੈਸਟ ਮੈਥਡ ਹੈ ਕਸਟਮਰ ਦੀ ਐਕਸਪੈਕਟੇਸ਼ਨ ਫਾਈਂਡ ਕਰਨ ਦਾ। ਪਰਸਨਲ ਵਿਜ਼ਿਟਸ ਕਰਕੇ ਵੀ ਚੈੱਕ ਕੀਤਾ ਜਾ ਸਕਦਾ ਹੈ ਕਿ ਕਸਟਮਰ ਦੀ ਐਕਸਪੈਕਟੇਸ਼ਨ ਕੀ ਹੈ। ਇਨਫੋਰਮਲ ਡਿਸਕਸ਼ਨਸ ਨਾਲ ਵੀ, ਜਿੱਥੇ ਕਿਤੇ ਸਮਾਂ ਮਿਲੇ, ਜਿੱਥੇ ਕਸਟਮਰ ਇਕੱਠੇ ਹੋਣ, ਉੱਥੇ ਜੇਕਰ ਅਸੀਂ ਉਹਨਾਂ ਨਾਲ ਇਨਫੋਰਮਲ ਗੱਲਾਂ ਕਰਕੇ ਵੀ ਉਹਦੇ ਵਿੱਚੋਂ ਵੀ ਲੱਭ ਸਕਦੇ ਹਾਂ ਕਿ ਕਸਟਮਰ ਜਿਹੜਾ ਕੰਪਨੀ ਤੋਂ ਕੀ ਐਕਸਪੈਕਟ ਕਰ ਰਿਹਾ। ਟਾਈਪਸ ਆਫ ਐਕਸਪੈਕਟੇਸ਼ਨ, ਦੋ ਤਰ੍ਹਾਂ ਦੀਆਂ ਐਕਸਪੈਕਟੇਸ਼ਨਸ ਜਿਹੜੀਆਂ ਅਸੀਂ ਦੇਖਦੇ ਹਾਂ। ਇੱਕ ਤਾਂ ਹੁੰਦੀਆਂ ਐਕਸਪ੍ਰੈਸਡ ਐਕਸਪੈਕਟੇਸ਼ਨਸ, ਵੀ ਜਿਹੜੀਆਂ ਕਿਤੇ ਰਿਟਨ ਫਾਰਮ 'ਚ ਆ ਗਈਆਂ, ਜਿਨ੍ਹਾਂ ਨੂੰ ਅਸੀਂ ਮੈਜ਼ਰ ਕਰ ਸਕਦੇ ਹਾਂ। ਜਿਹੜੀਆਂ ਐਕਸਪ੍ਰੈਸ ਹੋ ਗਈਆਂ, ਐਕਸਪ੍ਰੈਸਡ ਐਕਸਪੈਕਟੇਸ਼ਨ ਦੇ ਵਿੱਚ ਜਿਹੜਾ ਦੀਜ਼ ਆਰ ਰਿਟਨ ਇਨ ਕੰਟਰੈਕਟ ਡਾਕੂਮੈਂਟ। ਪ੍ਰੋਡਕਟ ਸਪੈਸੀਫਿਕੇਸ਼ਨ, ਕਿਸ ਤਰ੍ਹਾਂ ਦੀ ਪ੍ਰੋਡਕਟ ਚਾਹੀਦੀ ਹੈ, ਡਿਲੀਵਰੀ ਰਿਕੁਆਇਰਮੈਂਟ ਕੀ ਹੈ, ਪੈਕੇਜਿੰਗ ਰਿਕੁਆਇਰਮੈਂਟ ਕੀ ਹੈ, ਐਂਡ ਦੇਅਰ ਪਰਫਾਰਮੈਂਸ ਇਜ਼ ਡਾਇਰੈਕਟਲੀ ਮੈਜ਼ਰੇਬਲ ਅਗੇਂਸਟ ਰਿਕੁਆਇਰਮੈਂਟ, ਕਿ ਜਿਹੜੀ ਚੀਜ਼ ਉਹਨੂੰ ਮਿਲ ਗਈ, ਜੋ ਉਹ ਚਾਹੁੰਦਾ ਸੀ, ਜੋ ਲਿਖਿਆ ਹੈ, ਜੋ ਉਸ ਦੀ ਐਕਸਪੈਕਟੇਸ਼ਨ ਸੀ, ਉਹ ਹੈ ਕਿ ਨਹੀਂ ਹੈ, ਇਹ ਡਾਇਰੈਕਟਲੀ ਮੈਜ਼ਰ ਹੋ ਜਾਂਦਾ ਹੈ। ਇੱਕ ਇੰਪਲਾਈਡ ਐਕਸਪੈਕਟੇਸ਼ਨ ਹੈ ਜੋ ਕਿ ਕਿਤੇ ਲਿਖੀ ਨਹੀਂ ਹੁੰਦੀ, ਨਾਟ ਰਿਟਨ ਔਰ ਸਪੋਕਨ, ਨਾ ਕਿਤੇ ਬੋਲ ਕੇ ਗਈ ਹੁੰਦੀ, ਪਰ ਐਕਸਪੈਕਟ ਹੁੰਦੀ ਹੈ ਕਿ ਮੇਰੀ ਜਿਹੜੀ ਚੀਜ਼ ਹੈ ਜਲਦੀ ਖ਼ਰਾਬ ਨਾ ਹੋਏ, ਮੈਨੂੰ ਇਸ ਦੇ ਵਿੱਚੋਂ ਬਹੁਤ ਐਡਵਾਂਟੇਜ ਮਿਲੇ। ਮੇਰਾ ਜੋ ਹੈ ਇੱਕ ਐਕਸਪੈਕਟੇਸ਼ਨ ਇਹ ਹੁੰਦੀ ਹੈ ਕਿ ਵਧੀਆ ਤੋਂ ਵਧੀਆ ਸਮਾਨ ਮਿਲੇ, ਘੱਟ ਤੋਂ ਘੱਟ ਪੈਸਿਆਂ 'ਚ ਮਿਲੇ, ਅਤੇ ਜਿਹੜਾ ਮੇਰੇ ਨਾਲ ਜਿਹੜਾ ਹੈ ਕੰਪਨੀ ਵਾਲਿਆਂ ਦਾ ਜੋ ਬਿਹੇਵੀਅਰ ਹੈ ਉਹ ਵਧੀਆ ਹੋਏ। ਮੇਰੇ ਨਾਲ ਜੋ ਜਦੋਂ ਮੈਂ ਉਹਨਾਂ ਨੂੰ ਕਾਲ ਕਰਾਂ ਮੈਨੂੰ ਸਾਰੀ ਇਨਫੋਰਮੇਸ਼ਨ ਦੇਣ, ਮੇਰੇ ਸਰਵਿਸ ਲਈ ਵੀ ਉਹ ਤਤਪਰ ਰਹਿਣ। ਇਹ ਜਿਹੜੀਆਂ ਹੁੰਦੀਆਂ ਇਹ ਇੰਪਲਾਈਡ ਐਕਸਪੈਕਟੇਸ਼ਨ ਹੁੰਦੀਆਂ ਕਿ ਜਿਹੜੀਆਂ ਲਿਖੀਆਂ ਜਾਂ ਬੋਲੀਆਂ ਨਹੀਂ ਜਾਂਦੀਆਂ, ਪਰ ਇਹ ਜਿਹੜੀਆਂ ਐਕਸਪੈਕਟ ਕੀਤੀਆਂ ਜਾਂਦੀਆਂ। ਐਂਡ ਦੀਜ਼ ਆਰ ਲਾਈਕਲੀ ਟੂ ਚੇਂਜ ਵਿਦ ਟਾਈਮ, ਇਹ ਜਿਹੜੀਆਂ ਹੈਗੀਆਂ ਟਾਈਮ ਦੇ ਨਾਲ ਬਦਲਦੀਆਂ ਵੀ ਰਹਿੰਦੀਆਂ। ਐਂਡ ਇਟ ਇਜ਼ ਵੈਰੀ ਇੰਪੋਰਟੈਂਟ ਟੂ ਅਪਡੇਟ ਪੀਰੀਓਡਿਕਲੀ। ਇਹਨਾਂ ਦੇ ਮੁਤਾਬਕ ਆਪਣੀ ਕੰਪਨੀ ਜੇਕਰ ਪੀਰੀਓਡਿਕਲੀ ਅਪਡੇਟ ਕਰਦੀ ਰਹੇਗੀ ਤਾਂ ਉਹ ਕੰਪਨੀ ਦਾ ਜੋ ਸਮਾਨ ਹੈ ਉਹ ਲਾਜ਼ਮੀ ਤੌਰ 'ਤੇ ਪ੍ਰੋਫਿਟ ਦਿੰਦਾ ਰਹੇਗਾ। ਕਸਟਮਰ ਸੈਟਿਸਫੈਕਸ਼ਨ ਵੀ ਜੋ ਹੈ ਉਹ ਵੀ ਮੈਜ਼ਰ ਕੀਤੀ ਜਾ ਸਕਦੀ ਹੈ। ਇੱਕ ਤਾਂ ਹੈ ਇਮੋਸ਼ਨਲੀ, ਓਵਰਆਲ ਸਾਈਕੋਲੋਜੀਕਲ ਇਵੈਲੂਏਸ਼ਨ ਕਰਕੇ ਕਿ ਜਿਹੜਾ ਕੋਈ ਪਰਸਨ ਹੈ ਜਿਸ ਨੇ ਪਹਿਲਾਂ ਕਦੀ ਚੀਜ਼ ਯੂਜ ਨਹੀਂ ਕੀਤੀ, ਉਹਦੇ ਪ੍ਰਤੀ ਐਟੀਟਿਊਡ ਕੀ ਹੈ, ਉਹ ਇਮੋਸ਼ਨਲੀ ਕਿੰਨਾ ਕੁ ਅਟੈਚ ਹੈ ਉਸ ਚੀਜ਼ ਦੇ ਨਾਲ। ਇਸ ਤੋਂ ਜਿਹੜਾ ਹੈਗਾ ਕਸਟਮਰ ਦੀ ਸੈਟਿਸਫੈਕਸ਼ਨ ਹੈ ਉਹ ਚੈੱਕ ਕੀਤੀ ਜਾ ਸਕਦੀ ਹੈ ਕਿ ਉਸ ਨੂੰ ਸੀ ਉਮੀਦ ਕਿ ਚੀਜ਼ ਜਿਹੜੀ ਹੈ ਬਹੁਤ ਵਧੀਆ ਹੋਏਗੀ। ਜੇ ਤਾਂ ਉਸ ਨੂੰ ਉਮੀਦ ਤੋਂ ਵਧੀਆ ਨਿਕਲਦੀ ਹੈ, ਜ਼ਿਆਦਾ ਵਧੀਆ ਨਿਕਲਦੀ ਹੈ, ਤਾਂ ਉਸ ਦੇ ਨਾਲ ਬਹੁਤ ਜ਼ਿਆਦਾ ਇਮੋਸ਼ਨਲੀ ਸੈਟਿਸਫਾਈ ਹੁੰਦਾ ਹੈ। ਜੇ ਉਮੀਦ ਤੋਂ ਘੱਟ ਨਿਕਲਦੀ ਹੈ ਤਾਂ ਉਹ ਕਸਟਮਰ ਜਿਹੜਾ ਹੈਗਾ ਇੰਨਾ ਸੈਟਿਸਫਾਈ ਨਹੀਂ ਹੁੰਦਾ ਇਮੋਸ਼ਨਲੀ। ਦੂਸਰਾ ਜਿਹੜਾ ਮੈਥਡ ਹੈਗਾ ਮੈਜ਼ਰ ਆਫ, ਜਿਹੜਾ ਆਪਾਂ ਕਹਿ ਸਕਦੇ ਹਾਂ ਜਿਹਨੂੰ ਆਪਾਂ ਅਫੈਕਟਿਵ ਐਂਡ ਕੋਗਨੇਟਿਵ ਜਿਹੜਾ ਕਹਿ ਸਕਦੇ ਹਾਂ। ਪਹਿਲਾਂ ਜਿਵੇਂ ਇਮੋਸ਼ਨਲ ਹੈ ਜਿਹੜਾ ਹਾਰਟ ਦੇ ਨਾਲ ਰਿਲੇਟਿਡ ਹੈ, ਅਤੇ ਕੋਗਨੇਟਿਵ ਜਿਹੜਾ ਮਾਈਂਡ ਦੇ ਨਾਲ, ਥਿੰਕਿੰਗ ਨਾਲ ਰਿਲੇਟਿਡ ਹੈ। ਜਿਵੇਂ ਮੈਜ਼ਰ ਆਫ ਮੀਟਿੰਗ ਦਾ ਕਸਟਮਰ ਐਕਸਪੈਕਟੇਸ਼ਨ ਬਾਈ ਪ੍ਰੋਡਕਟ ਔਰ ਸਰਵਿਸਿਜ਼, ਜੋ ਲਿਖਿਆ ਸੀ ਉਹਨੂੰ ਉਹ ਮਿਲ ਗਿਆ, ਜੋ ਡਿਮਾਂਡ ਕਰਦਾ ਸੀ ਉਹਨੂੰ ਉਹ ਮਿਲਿਆ, ਉਹਨੂੰ ਉਸ ਤਰ੍ਹਾਂ ਦੀ ਡਿਲੀਵਰੀ ਮਿਲੀ, ਉਸ ਤਰ੍ਹਾਂ ਦੀ ਪੈਕੇਜਿੰਗ ਮਿਲੀ। ਇਹ ਜਿਹੜੀਆਂ ਹੈਗੀਆਂ ਇਹ ਮੈਜ਼ਰ ਕੀਤੀਆਂ ਜਾ ਸਕਦੀਆਂ। ਥਿੰਕਿੰਗ ਦੇ ਵਿੱਚ ਜੇ ਮਾਈਂਡ ਨਾਲ ਰਿਲੇਟਿਡ ਹੈ, ਪਹਿਲੀ ਜਿਹੜੀ ਚੀਜ਼ ਹੈ ਹਾਰਟ ਨਾਲ ਰਿਲੇਟਿਡ ਹੈ, ਮਤਲਬ ਕਿ ਇਹ ਚੀਜ਼ਾਂ ਤਾਂ ਸੈਟਿਸਫੈਕਸ਼ਨ ਇੱਥੋਂ ਦਾ ਪਤਾ ਲੱਗ ਸਕਦੀ ਹੈ ਕਿ ਮੈਜ਼ਰ ਹੋ ਗਈ। ਦੂਸਰੀ ਅਟੈਚਮੈਂਟ ਜਿਹੜੀ ਜਦੋਂ ਦਿਲੋਂ ਬਣ ਜਾਂਦੀ ਹੈ ਫਿਰ ਉਹ ਬਿਹੇਵੀਅਰ 'ਤੇ ਅਫੈਕਟ ਕਰਦੀ ਹੈ। ਤੀਜਾ ਜਿਹੜਾ ਆ ਜਾਂਦਾ
ਕਿ ਸੈਟਿਸਫੈਕਸ਼ਨ ਜੇਕਰ ਇਸ ਤਰ੍ਹਾਂ ਦੀ ਇਮੋਸ਼ਨਲੀ ਤੇ ਜਿਹੜੀ ਆਪਣੀ ਮੈਂਟਲੀ ਸੈਟਿਸਫੈਕਸ਼ਨ ਹੋ ਜਾਏ ਬੰਦੇ ਦੀ, ਤਾਂ ਦੈਟ ਸੈਟਿਸਫੈਕਸ਼ਨ ਰਿਟੇਨਸ ਦਾ ਕਸਟਮਰ। ਫਿਰ ਕਸਟਮਰ ਵਾਰ-ਵਾਰ ਉਸੇ ਕੰਪਨੀ ਕੋਲ ਜਾਂਦਾ ਹੈ, ਉਸੇ ਬ੍ਰਾਂਡ ਕੋਲੇ ਪਹੁੰਚਦਾ ਹੈ, ਤੇ ਵਿਚ ਇਜ਼ ਦਾ ਬੈਕਬੋਨ ਆਫ ਐਨੀ ਬਿਜ਼ਨਸ। ਮਤਲਬ ਜਦੋਂ ਕਸਟਮਰ ਮੈਂਟਲੀ ਐਂਡ ਇਮੋਸ਼ਨਲੀ ਸੈਟਿਸਫਾਈ ਹੋਏਗਾ ਤਾਂ ਫਿਰ ਕਸਟਮਰ ਜਿਹੜਾ ਹੈਗਾ ਉਹ ਪੱਕਾ ਜਿਹੜਾ ਹੈਗਾ ਰਿਟੇਨ ਹੋ ਜਾਂਦਾ। ਇਹੀ ਸਾਰੀਆਂ ਜੋ ਆਪਾਂ ਪਹਿਲਾਂ ਡਿਸਕਸ ਕੀਤੀਆਂ ਉਹੀ ਚੀਜ਼ਾਂ। ਸਾਈਕੋਲੋਜੀਕਲ ਐਲੀਮੈਂਟਸ ਫॉर ਇਵੈਲੂਏਸ਼ਨ, ਅਸੀਂ ਕਿਵੇਂ ਇਵੈਲੂਏਟ ਕਰ ਸਕਦੇ ਹਾਂ ਸਾਈਕੋਲੋਜੀਕਲੀ ਸੈਟਿਸਫੈਕਸ਼ਨ ਨੂੰ। ਪਹਿਲਾਂ ਤਾਂ ਉਹੀ ਇਮੋਸ਼ਨਲ ਹੈ, ਓਵਰਆਲ ਸੈਟਿਸਫੈਕਸ਼ਨ ਮੇਜਰ, ਵੀ ਚੀਜ਼ ਵੀ ਚੰਗੀ ਹੈ, ਜੋ ਮੈਂ ਚਾਹੁੰਦਾ ਸੀ ਉਸ ਤੋਂ ਵਧੀਆ ਹੋ ਗਈ, ਇਮੋਸ਼ਨਲੀ ਸੈਟਿਸਫਾਈਡ ਹਾਂ। ਅਫੈਕਟਿਵ ਐਂਡ ਕੋਗਨੇਟਿਵ ਮਤਲਬ ਸੀਰੀਜ਼ ਆਫ ਐਟਰੀਬਿਊਟ ਸੈਟਿਸਫੈਕਸ਼ਨ ਮੇਜਰ, ਵੀ ਜੋ ਲਿਖਿਆ ਸੀ, ਜਿਸ ਤਰ੍ਹਾਂ ਦੀਆਂ ਸਪੈਸੀਫਿਕੇਸ਼ਨਾਂ ਲਿਖੀਆਂ ਸੀ ਉਸ ਤਰ੍ਹਾਂ ਦੀਆਂ ਮਿਲ ਗਈਆਂ, ਉਸ ਤਰ੍ਹਾਂ ਦੀ ਡਿਲੀਵਰੀ ਮਿਲ ਗਈ, ਤਾਂ ਵੀ ਮੈਂ ਇਹ ਮੇਜਰ ਵੀ ਕੀਤਾ ਜਾਏ ਤਾਂ ਮੈਂ ਮੈਂਟਲੀ ਸੈਟਿਸਫਾਈਡ ਹਾਂ। ਬਿਹੇਵੀਅਰ ਮਤਲਬ ਜੇ ਮੈਂ ਦੋਨੋਂ ਤਰ੍ਹਾਂ ਸੈਟਿਸਫਾਈਡ ਹਾਂ, ਮੈਂਟਲੀ ਐਂਡ ਇਮੋਸ਼ਨਲ, ਤਾਂ ਫਿਰ ਇੰਟੈਂਸ਼ਨ ਟੂ ਰੀਪਰਚੇਜ ਹੋਏਗੀ। ਤਾਂ ਇਸ ਤਰ੍ਹਾਂ ਸਾਈਕੋਲੋਜੀਕਲੀ ਅਸੀਂ ਇਵੈਲੂਏਟ ਕਰ ਸਕਦੇ ਹਾਂ ਸੈਟਿਸਫੈਕਸ਼ਨ। ਮੇਜਰ ਐਟਰੀਬਿਊਟਸ ਆਫ ਕਸਟਮਰ ਸੈਟਿਸਫੈਕਸ਼ਨ, ਜੋ ਇੱਕ ਕਸਟਮਰ ਦੇ ਸੈਟਿਸਫੈਕਸ਼ਨ ਦੇ ਜੋ ਮੇਨ ਪੁਆਇੰਟਸ ਨੇ ਉਹ ਕੀ ਨੇ? ਜੋ ਜ਼ਿਆਦਾ ਐਟਰੀਬਿਊਟ, ਜੋ ਜ਼ਿਆਦਾ ਕੰਟਰੀਬਿਊਸ਼ਨ ਜਿੱਥੋਂ ਮਿਲਦੀ ਹੈ। ਪ੍ਰੋਡਕਟ ਦੀ ਕੁਆਲਿਟੀ ਜੇਕਰ ਵਧੀਆ ਤਾਂ ਕਸਟਮਰ ਸੈਟਿਸਫਾਈ ਹੋਏਗਾ। ਕੀਪਿੰਗ ਡਿਲੀਵਰੀ ਕਮਿਟਮੈਂਟ, ਜਦੋਂ ਕਿਹਾ ਸੀ ਚੀਜ਼ ਮਿਲ ਜੇਗੀ। ਇੱਕ ਹੁਣ ਕਈ ਵਾਰੀ ਕੀ ਹੁੰਦਾ ਕਿ ਅਸੀਂ ਕੋਈ ਚੀਜ਼ ਦਾ ਜਿਵੇਂ ਹੈਗਾ ਆਰਡਰ ਦੇਤਾ, ਉਹ ਗੇੜੇ ਹੀ ਮਰਵਾਈ ਜਾਏ ਕੋਈ ਬੰਦਾ, ਤਾਂ ਉਹ ਵੀ ਇੱਕ ਸੈਟਿਸਫੈਕਸ਼ਨ ਲੈਵਲ ਜਿਹੜਾ ਹੈਗਾ ਘਟ ਜਾਂਦਾ ਹੈ ਕਿ ਕੱਲ੍ਹ ਨੂੰ ਬੰਦੇ ਦੇ ਦਿਮਾਗ 'ਚ ਰਹਿੰਦਾ ਕੋਈ ਬੰਦਾ ਵੀ ਇਹਨੂੰ ਬਦਲ ਕੇ ਵੇਖਣਾ ਪਏਗਾ। ਪ੍ਰੋਡਕਟ ਪੈਕਿੰਗ ਤੋਂ ਵੀ ਬੜਾ ਇੱਕ ਇੰਪ੍ਰੈਸਿਵ ਜੇ ਪੈਕਿੰਗ ਹੁੰਦੀ ਹੈ ਤਾਂ ਵੀ ਜਿਹੜਾ ਹੈਗਾ ਕਸਟਮਰ ਸੈਟਿਸਫਾਈ ਹੁੰਦਾ ਹੈ। ਪ੍ਰਾਈਜ਼, ਆਪਾਂ ਨੂੰ ਸਾਰਿਆਂ ਨੂੰ ਇਹੀ ਹੁੰਦਾ ਕਿ ਮੇਰੇ ਪੈਸੇ ਘੱਟ ਤੋਂ ਘੱਟ ਲੱਗਣ ਅਤੇ ਮੈਨੂੰ ਚੀਜ਼ ਵਧੀਆ ਤੋਂ ਵਧੀਆ ਮਿਲੇ, ਇਸ ਦੇ ਨਾਲ ਹੀ ਸੈਟਿਸਫੈਕਸ਼ਨ ਹੁੰਦੀ ਹੈ। ਰਿਸਪੋਂਸਿਵਨੈਸ, ਜੇਕਰ ਸਾਨੂੰ ਹੈਗਾ ਅਸੀਂ ਕੋਈ ਵੀ ਗੱਲ ਕਹੀਏ ਅਤੇ ਸਾਨੂੰ ਕਸਟਮਰ ਜਦੋਂ ਕੋਈ ਰਿਸਪੌਂਸ ਮੰਗੇ ਤਾਂ ਅੱਗੋਂ ਜੋ ਹੈਗਾ ਕੰਪਨੀ ਵੱਲੋਂ ਉਹਨੂੰ ਰਿਸਪੌਂਸ ਮਿਲੇ ਟਾਈਮ ਸਿਰ, ਤਾਂ ਇਹ ਜਿਹੜਾ ਹੈਗਾ ਆਪਣੇ ਆਪ ਹੀ ਜਿਹੜਾ ਹੈਗਾ ਕੋਈ ਉਹਦੀ ਕੰਪਲੇਂਟ ਹੈ ਉਹ ਸੁਣੀ ਜਾਵੇ, ਉਹਨੂੰ ਰਿਜ਼ੋਲਵ ਹੋ ਜਾਏ, ਤਾਂ ਵੀ ਸੈਟਿਸਫੈਕਸ਼ਨ ਹੁੰਦੀ ਹੈ। ਓਵਰਆਲ ਕਮਿਊਨੀਕੇਸ਼ਨ, ਅਸੈਸਿਬਿਲਿਟੀ, ਐਟੀਚਿਊਡ, ਜੇ ਕਸਟਮਰ ਕੇਅਰ ਉੱਥੇ ਵਧੀਆ ਹੈਗੀ ਹੈ ਅਤੇ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਵੀ ਚੰਗੀ ਹੈ ਤਾਂ ਕਸਟਮਰ ਦੀ ਸੈਟਿਸਫੈਕਸ਼ਨ ਵਿੱਚ ਵਾਧਾ ਹੁੰਦਾ। ਹੁਣ ਆਪਾਂ ਕਸਟਮਰ ਸੈਟਿਸਫੈਕਸ਼ਨ ਪ੍ਰੋਸੈਸ ਦੇਖਦੇ ਹਾਂ। ਆ ਜਿਹੜੇ ਐਟਰੀਬਿਊਟਸ ਆਪਾਂ ਗਿਣੇ ਆ ਕਿ ਜਿਹੜੇ ਆਪਾਂ ਪਿਛਲੇ ਸਲਾਈਡ ਦੇ ਵਿੱਚ ਆਪਾਂ ਲਿਖੇ ਸੀਗੇ ਕਿ ਆਹ ਐਟਰੀਬਿਊਟ ਜਿਹੜੇ ਨੇ ਕਸਟਮਰ ਸੈਟਿਸਫੈਕਸ਼ਨ ਦੇ ਵਿੱਚ ਆਉਂਦੇ ਹੈ, ਜਿਵੇਂ ਪ੍ਰੋਡਕਟ ਕੁਆਲਿਟੀ ਆ ਗਈ, ਡਿਲੀਵਰੀ ਕਮਿਟਮੈਂਟ, ਪੈਕਿੰਗ, ਪ੍ਰਾਈਜ਼, ਰਿਸਪੋਂਸਿਵਨੈਸ, ਓਵਰਆਲ ਕਮਿਊਨੀਕੇਸ਼ਨ। ਆ ਦੇਖੋ ਇੱਥੇ ਲਿਖੇ ਐਟਰੀਬਿਊਟ 1, ਐਟਰੀਬਿਊਟ 2, ਐਟਰੀਬਿਊਟ 3। ਇਹ ਜਦੋਂ ਇੱਥੇ ਪਰਸੀਵਡ ਕੁਆਲਿਟੀ ਇੱਕ ਸਾਡੇ ਕੋਲ ਹੈਗੀ ਹੈ ਅਤੇ ਉੱਤੇ 3 ਐਟਰੀਬਿਊਟਸ ਇੱਥੇ ਲਿਖੇ ਹੋਏ ਨੇ। ਕਸਟਮਰ ਦੀ ਐਕਸਪੈਕਟੇਸ਼ਨ ਕੀ ਹੈ? ਕੁਆਲਿਟੀ, ਰਿਲਾਇਬਿਲਟੀ, ਵੈਲਿਊ, ਫੰਕਸ਼ਨ, ਪਰਫੋਰਮੈਂਸ। ਚੀਜ਼ ਕੁਆਲਿਟੀ ਦੀ ਹੋਏ, ਚੀਜ਼ ਰਿਲਾਇਬਲ ਹੋਏ, ਚੀਜ਼ ਜੋ ਅਸੀਂ ਪੈਸਾ ਭਰਿਆ ਉਹਦੀ ਵੈਲਿਊ ਮਿਲੇ, ਫੰਕਸ਼ਨ ਪ੍ਰੋਪਰ ਕਰੇ, ਪਰਫੋਰਮ ਵਧੀਆ ਕਰੇ। ਅਤੇ ਇਹ ਦੇ ਦੂਜੇ ਪਾਸੇ ਕਸਟਮਰ ਨੀਡਸ ਫੁੱਲਫਿਲਡ, ਕੁਆਲਿਟੀ, ਰਿਲਾਇਬਿਲਟੀ, ਵੈਲਿਊ, ਫੰਕਸ਼ਨ, ਪਰਫੋਰਮੈਂਸ। ਇਹੀ ਐਕਸਪੈਕਟੇਸ਼ਨ ਹੈ ਦੋਨੋਂ ਪਾਸੇ, ਪਰਸੀਵਡ ਕੁਆਲਿਟੀ ਤੋਂ, ਐਟਰੀਬਿਊਟਸ ਤੋਂ। ਅਤੇ ਫਿਰ ਜੇਕਰ ਇਹ ਸਾਰਾ ਕੁਛ ਮਿਲ ਜਾਂਦਾ ਹੈ ਤਾਂ ਕਸਟਮਰ ਦੀ ਸੈਟਿਸਫੈਕਸ਼ਨ ਇੱਥੋਂ ਮੇਜਰ ਹੋ ਸਕਦੀ ਹੈ ਕਿ ਕਿੰਨਾ ਉਸਨੂੰ ਜਿਹੜਾ ਹੈਗਾ ਉਸਦੀਆਂ ਐਕਸਪੈਕਟੇਸ਼ਨ ਪੂਰੀਆਂ ਹੋਈਆਂ, ਕਿੰਨੀਆਂ ਨਹੀਂ ਹੋਈਆਂ, ਉਹਦੇ ਮੁਤਾਬਕ ਉਸਦੀ ਸੈਟਿਸਫੈਕਸ਼ਨ ਆਉਣੀ ਹੈ। ਪੋਸਟ ਪਰਚੇਜ ਬਿਹੇਵੀਅਰਸ, ਜੇਕਰ ਕਸਟਮਰ ਜਦੋਂ ਚੀਜ਼ ਲੈ ਗਿਆ, ਪੋਸਟ ਪਰਚੇਜ ਵਿੱਚ ਕੀ ਹੈ ਕਿ ਕਸਟਮਰ ਦੀਆਂ ਕੰਪਲੇਂਟਸ ਜੇਕਰ ਆਉਂਦੀਆਂ ਤਾਂ ਪਹਿਲਾਂ ਤਾਂ ਉਹ ਨਾਰਾਜ਼ ਹੋਏਗਾ, ਪਰ ਜੇਕਰ ਉਹ ਡੀਲ ਹੋ ਜਾਂਦੀਆਂ, ਰਿਜ਼ੋਲਵ ਹੋ ਜਾਂਦੀਆਂ ਤਾਂ ਉਹ ਖੁਸ਼ ਵੀ ਹੋਏਗਾ। ਵਰਡ ਆਫ ਮਾਊਥ, ਜੋ ਮੂੰਹ 'ਚੋਂ ਜੋ ਸ਼ਬਦ ਨਿਕਲੇ ਉਹਨਾਂ ਦੀ ਜੇਕਰ ਕੰਪਨੀ ਉਹਨਾਂ 'ਤੇ ਪੂਰਾ ਉਤਰਦੀ ਹੈ ਕਿ ਜੋ ਕਿਹਾ ਉਹ ਕਰਦੀ ਹੈ ਤਾਂ ਫਿਰ ਕਸਟਮਰ ਸੈਟਿਸਫਾਈ ਹੋਏਗਾ, ਫਿਰ ਰੀਪਰਚੇਜ ਵੱਲ ਵੀ ਜਾਏਗਾ, ਦੁਬਾਰਾ ਫਿਰ ਇਸੇ ਬ੍ਰਾਂਡ ਦੀ ਕੋਈ ਹੋਰ ਚੀਜ਼ ਖਰੀਦੇਗਾ। ਲਾਇਲਟੀ, ਕਸਟਮਰ ਦੀ ਲਾਇਲਟੀ ਜਿਹੜੀ ਹੈ ਕੰਪਨੀ ਵੱਲ ਨੂੰ ਵਧੇਗੀ। ਇੱਕ ਤਰ੍ਹਾਂ ਲਾਇਲ ਕਸਟਮਰ ਜਾਂ ਲਾਈਫ ਲੌਂਗ ਕਸਟਮਰ ਉਹ ਬਣ ਸਕਦਾ ਹੈ ਜੇਕਰ ਉਹ ਫੁੱਲੀ ਸੈਟਿਸਫਾਈ ਹੋ ਜਾਏ। ਕਸਟਮਰ ਸੈਟਿਸਫੈਕਸ਼ਨ ਇੰਡੈਕਸ CSI ਇੱਕ ਇਹ ਵੀ ਮੇਜਰ ਕਰਨ ਦੀ ਚੀਜ਼ ਹੈ, ਮੇਜਰ ਟੂ ਫਾਈਂਡ ਰਿਸਪੌਂਸ ਅਬਾਊਟ ਦਾ ਪ੍ਰੋਡਕਟ ਜਿਹੜੀ ਲੈ ਗਿਆ ਕਸਟਮਰ ਜਾਂ ਉਹਨੇ ਜਿਹੜੀ ਚੀਜ਼ ਦੇਖੀ ਉੱਥੋਂ ਕੀ ਰਿਸਪੌਂਸ ਹੈ ਇਸ ਦੇ ਬਾਰੇ, ਇਸ ਨੂੰ ਮੇਜਰ ਕਰਨਾ।
ਇਟ ਇਜ਼ ਜਿਹੜਾ ਹੈਗਾ ਆਮ ਤੌਰ ਤੇ ਜਨਰਲੀ ਇਟ ਇਜ਼ ਐਕਸਪ੍ਰੈਸਡ ਇਨ ਰੇਟਿੰਗ ਇਨ ਨੁਮੈਰਿਕ ਸਕੇਲ। 1 ਤੋਂ ਲੈ ਕੇ 10 ਤੱਕ ਜੀ ਸਾਨੂੰ ਨੰਬਰ ਦਿਓ। ਆਪਾਂ ਆਮ ਤੌਰ ਤੇ ਕਈ ਵਾਰੀ ਸਾਨੂੰ ਕੋਈ ਫੋਨ ਕਰ ਦਿੰਦਾ, ਤੁਸੀਂ ਆਹ ਚੀਜ਼ ਲੈ ਗਏ ਸੀ, ਤੁਸੀਂ ਆ ਸਾਡੇ ਤੋਂ ਸਰਵਿਸ ਕਰਾ ਗਏ ਸੀ 2 ਵੀਲਰ ਦੀ 4 ਵੀਲਰ ਦੀ, ਤੁਹਾਨੂੰ ਉੱਥੇ ਬਿਹੇਵੀਅਰ ਕਿਵੇਂ ਲੱਗਿਆ, ਤੁਹਾਨੂੰ ਉੱਥੇ ਜਿਹੜਾ ਹੈਗਾ ਸਟਾਫ ਨੇ ਕਿਵੇਂ ਡੀਲ ਕੀਤਾ, ਤੁਹਾਨੂੰ ਜਿਹੜੇ ਸਰਵਿਸ ਦੀ ਗੱਡੀ ਲਈ ਉਹਨੇ ਉਹਦਾ ਬਿਹੇਵੀਅਰ ਕਿਵੇਂ ਲੱਗਿਆ, ਤੁਹਾਨੂੰ ਸਰਵਿਸ ਕਰਨ ਵਾਲੇ ਨੇ ਤੁਹਾਨੂੰ ਸਾਰਾ ਕੁਝ ਦੱਸਿਆ। ਅਤੇ ਫਿਰ ਤੁਸੀਂ ਸਾਰਿਆਂ ਦੇ ਨੰਬਰ ਦਿਓ ਜੀ, ਹਰੇਕ ਦਾ ਨੰਬਰ ਪੁੱਛਦੇ ਨੇ, ਉਹਨੂੰ ਕਿੰਨੇ ਨੰਬਰ ਦਿਓਗੇ। ਉਹ ਜਿਹੜੇ ਨੇ ਜਿਹੜੇ ਇਹ ਸਕੋਰਸ ਮਿਲਦੇ ਨੇ, ਸਕੋਰਸ ਅਚੀਵਡ ਇਨ ਸਰਵਿਸ ਆਰ ਯੂਜ਼ ਟੂ ਕ੍ਰੀਏਟ CSI। ਇਹਦੇ ਤੋਂ ਜਿਹੜਾ ਹੈਗਾ ਕਸਟਮਰ ਸੈਟਿਸਫੈਕਸ਼ਨ ਇੰਡੈਕਸ ਬਣਾਇਆ ਜਾਂਦਾ ਹੈ। ਸਮਟਾਈਮਸ ਕੈਲਕੂਲੇਟਿਡ ਔਨ ਦਾ ਰੇਟਿੰਗ ਆਫ ਓਵਰਆਲ ਪਰਫਾਰਮੈਂਸ। ਕਈ ਵਾਰ ਤਾਂ ਹੈ ਕਿ ਜੋ ਚੀਜ਼ ਉਹ ਲੈ ਗਿਆ ਉਹਦੀ ਪਰਫਾਰਮੈਂਸ 'ਤੇ ਜਿਹੜੀ ਹੈਗੀ ਹੈ ਇਹ ਕੈਲਕੂਲੇਟ ਕੀਤੀ ਜਾਂਦੀ ਹੈ, ਜਿਹੜੀ CSI ਹੈ। ਕਈ ਵਾਰੀ ਜਿਹੜਾ ਹੈਗਾ ਸਮਟਾਈਮਸ ਟੇਕਨ ਐਟ ਐਵਰੇਜ ਆਫ ਓਵਰਆਲ ਪਰਫਾਰਮੈਂਸ ਐਂਡ ਇੰਟੈਂਸ਼ਨ ਟੂ ਰੀਬਾਈ। ਉਹ ਜਿਹੜੇ ਉਸਦੀ ਓਵਰਆਲ ਪਰਫਾਰਮੈਂਸ ਉਹਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ, ਅਤੇ ਉਹ ਦੁਬਾਰਾ ਇਹੋ ਜਿਹੀ ਚੀਜ਼ ਕੀ ਲਏਗਾ, ਸਾਡੇ ਕੋਲ ਦੁਬਾਰਾ ਆਏਗਾ ਇਹ ਚੀਜ਼ ਖਰੀਦਣ। ਦੋਨਾਂ ਦੀ ਐਵਰੇਜ ਕਰਕੇ ਵੀ ਕਸਟਮਰ ਸੈਟਿਸਫੈਕਸ਼ਨ ਇੰਡੈਕਸ ਹੈ ਉਹ ਜਿਹੜਾ ਹੈਗਾ ਕੈਲਕੂਲੇਟ ਕੀਤਾ ਜਾ ਸਕਦਾ ਹੈ। ਇਟ ਇਜ਼ ਮੈਜ਼ਰਡ ਔਨ ਸਕੇਲ ਆਫ 5। ਕਈ ਵਾਰੀ 1 ਤੋਂ 5 ਤੱਕ ਦੇ ਨੰਬਰ ਗਿਣ ਲੈਂਦੇ ਆ, ਕਈ ਵਾਰੀ 1 ਤੋਂ 7 ਤੱਕ ਦੇ, ਕਈ ਵਾਰੀ 1 ਤੋਂ 10 ਤੱਕ ਦੇ। ਆਪਾਂ ਨੂੰ ਕਈ ਵਾਰੀ ਫੋਨ ਆ ਜਾਂਦਾ ਹੈ, ਤੁਹਾਨੂੰ ਜੀ ਆ ਸਾਡੀ ਜੀਓ ਦੀ ਸਰਵਿਸ, ਆਈਡੀਆ ਦੀ ਸਰਵਿਸ, ਵੋਡਾਫੋਨ ਦੀ ਸਰਵਿਸ, BSNL ਕਿਵੇਂ ਲੱਗਦੀ ਹੈ, ਸਾਨੂੰ ਨੰਬਰ ਕਿੰਨੇ ਦਿਓਗੇ। ਫਿਰ ਜਦੋਂ ਕੋਈ ਬੰਦਾ ਦੁਖੀ ਹੋਇਆ ਹੁੰਦਾ ਉਹ ਤਾਂ ਕਹੇਗਾ ਮੈਂ ਤਾਂ ਘੱਟ ਤੋਂ ਘੱਟ ਨੰਬਰ ਦੇਣੇ ਹੈ। ਜਿਸ ਟਾਈਮ ਖੁਸ਼ ਬੈਠਾ ਹੁੰਦਾ 9, 10, 8 ਨੰਬਰ ਆਪਣੀ ਮਰਜ਼ੀ ਨਾਲ ਦੇ ਦਿੰਦਾ। ਤਾਂ ਇਹ ਜਿਸ ਤਰ੍ਹਾਂ ਜਿਹੜਾ ਲੋਐਸਟ ਫਿਗਰ ਹੈ ਇਟ ਮੀਨਸ ਐਕਸਟ੍ਰੀਮ ਡਿਸਸੈਟਿਸਫੈਕਸ਼ਨ ਐਂਡ ਹਾਈਐਸਟ ਫਿਗਰ ਸ਼ੋਜ਼ ਐਕਸਟ੍ਰੀਮ ਸੈਟਿਸਫੈਕਸ਼ਨ। ਸੋ ਇੱਥੋਂ ਜਿਹੜੇ ਹੈਗੇ ਆ ਕੰਪਨੀਜ਼ ਜੋ ਆਪਾਂ ਇਹ ਕਰ ਰਹੇ ਹਾਂ ਉਹ ਸਾਰੀ ਇਹ ਮੈਨੇਜਮੈਂਟ ਚੱਲ ਰਹੀ ਹੁੰਦੀ ਇਹਦੇ ਪਿੱਛੇ ਕਿ ਕੰਪਨੀ ਨੂੰ ਕੀ ਕਰਨ ਦੀ ਲੋੜ ਹੈ ਕਿ ਉਹਦਾ ਜਿਹੜਾ ਕਸਟਮਰ ਬੇਸ ਹੈ ਹੋਰ ਵਧੇ। ਇਸੇ ਤਰ੍ਹਾਂ ਅਗਲਾ ਗ੍ਰਾਫ ਹੈ ਜੋ ਉਸਦੇ ਕੰਸੈਪਟ ਆਫ ਜ਼ੋਨ ਆਫ ਲਾਇਲਟੀ, ਇਨਡਿਫਰੈਂਸ ਐਂਡ ਡਿਫੈਕਸ਼ਨ ਹੈ ਉਹ ਕੱਢਿਆ ਜਾ ਸਕਦਾ ਹੈ ਕਿ ਜੇਕਰ ਜਿਹੜਾ ਹੈਗਾ ਸਾਡਾ ਕਸਟਮਰ ਹੈ ਕਿੰਨਾ ਕੁ ਉਹ ਸਾਡੇ ਪ੍ਰਤੀ ਲੋਇਲ ਹੈ, ਮਤਲਬ ਕਿ ਉਹ ਸਾਡਾ ਕਿੰਨਾ ਕੁ ਸਾਨੂੰ ਜਿਹੜਾ ਹੈਗਾ ਰਿਟੈਂਸ਼ਨ ਕਿੰਨੀ ਦੇਰ, ਕਿੰਨਾ ਕੁ ਰਿਟੇਨ ਹੋ ਰਿਹਾ ਕੋਈ ਵੀ ਕਸਟਮਰ ਹੈ। ਇੱਥੋਂ ਜੇਕਰ ਉੱਪਰ ਨੂੰ ਪਰਸੈਂਟੇਜ ਵਾਈਜ਼ ਚੱਲੀਏ 0, 20, 40, 60, 80, 100। ਅਤੇ ਇਸ ਸਾਈਡ 'ਤੇ ਜੋ ਹੈਗਾ ਇਹ Y ਐਕਸਿਸ 'ਤੇ ਲੋਇਲਟੀ ਚੱਲ ਰਹੀ ਹੈ, X ਐਕਸਿਸ 'ਤੇ ਜਿਹੜਾ ਹੈਗਾ ਸਾਡਾ ਕਸਟਮਰ ਸਰਵਿਸ ਇੰਡੈਕਸ, ਕਸਟਮਰ ਸੈਟਿਸਫੈਕਸ਼ਨ ਇੰਡੈਕਸ ਚੱਲ ਰਿਹਾ। ਇਹਦੇ 'ਚ ਹੈ ਪੂਅਰ, ਫੇਅਰ, ਗੁੱਡ, ਐਕਸੀਲੈਂਟ। ਹੁਣ ਜਦੋਂ ਤੱਕ ਇਸ ਜ਼ੋਨ ਹੈਗਾ ਜਿਹੜਾ ਪੂਅਰ ਤੋਂ ਲੈ ਕੇ 20 ਤੋਂ ਉੱਪਰ ਥੋੜ੍ਹਾ ਜਿਹਾ 30 ਤੱਕ ਜਾ ਰਿਹਾ, ਇਹਦਾ ਹੈਗਾ ਜ਼ੋਨ ਆਫ ਡਿਫੈਕਸ਼ਨ। ਵੀ ਜੇਕਰ ਕਸਟਮਰ ਇਸ ਜ਼ੋਨ ਵਾਲੇ ਜਿਹੜੇ ਨੇ ਉਹ ਸਾਡੇ ਜਿਹੜੇ ਨੇ ਕਸਟਮਰ ਉਹ ਦੁਬਾਰਾ ਸਾਡੇ ਕੋਲ ਨਹੀਂ ਆਉਣਗੇ। ਇਸ ਤੋਂ ਅਸੀਂ ਇਹ ਨਤੀਜਾ ਕੱਢਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਜਦੋਂ ਸਾਡਾ ਇੰਡੈਕਸ ਇਸ ਟਾਈਪ ਦਾ ਹੈ, ਸਾਡਾ ਕਸਟਮਰ ਸਰਵਿਸ ਇੰਡੈਕਸ ਜਦੋਂ ਇੱਥੇ ਹੈਗਾ ਗੁੱਡ ਹੈ ਅਤੇ ਉੱਧਰ ਲੋਇਲਟੀ ਜਿਹੜੀ ਹੈਗੀ ਉਸ ਟਾਈਮ 20-30% ਤੱਕ ਪਹੁੰਚੀ ਹੈ ਜਾਂ ਹਾਂ, ਤਾਂ ਉੱਥੇ ਜਿਹੜਾ ਸਾਡਾ ਇਹ ਜ਼ੋਨ ਆਫ ਡਿਫੈਕਸ਼ਨ ਹੈ ਕਿ ਇਹ ਦੁਬਾਰਾ ਸਾਡੇ ਕੋਲ ਆਉਣ ਦਾ ਕੋਈ ਚਾਂਸ ਬਹੁਤ ਘੱਟ ਹੈ। ਇਸ ਤੋਂ ਉੱਪਰ ਜਿਹੜਾ ਜ਼ੋਨ ਚੱਲ ਰਿਹਾ ਹੈਗਾ, ਜਦੋਂ ਗੁੱਡ ਤੋਂ ਥੋੜ੍ਹਾ ਜਿਹਾ ਉੱਪਰ ਨੂੰ ਐਕਸੀਲੈਂਟ ਨੂੰ ਵੱਧਦੇ ਹਾਂ ਅਤੇ ਇੱਧਰੋਂ ਜਿਹੜਾ ਲੋਇਲਟੀ ਜਿਹੜੀ ਆ ਉਹ ਵੀ 40% ਤੋਂ ਲੈ ਕੇ 80% ਤੱਕ ਹੋ ਰਹੀ ਹੈ, ਜਿੱਥੇ ਉਹ ਹੈ ਜ਼ੋਨ ਆਫ ਇਨਡਿਫਰੈਂਸ। ਮਤਲਬ ਕਿ ਕਸਟਮਰ ਥੋੜ੍ਹਾ ਠੀਕ ਹੈ, ਖੁਸ਼ ਹੈ, ਥੋੜ੍ਹਾ ਸੈਟਿਸਫਾਈ ਹੈ, ਥੋੜ੍ਹਾ ਨਹੀਂ ਹੈ। ਇਸ ਤਰ੍ਹਾਂ ਦਾ ਕਸਟਮਰ ਹੈ, ਆ ਵੀ ਸਕਦਾ ਹੈ ਜੇਕਰ ਇਸ ਨੂੰ ਮਨਾ ਲਈਏ ਜਾਂ ਇਸ ਨੂੰ ਜਿਵੇਂ ਜਿਵੇਂ ਚੀਜ਼ ਦੀ ਲੋੜ ਲੱਗੇਗੀ ਆ ਵੀ ਸਕਦਾ, ਨਹੀਂ ਵੀ ਆ ਸਕਦਾ, ਕਿਤੇ ਹੋਰ ਵੀ ਜਾ ਸਕਦਾ। ਜਿਹੜਾ ਕਸਟਮਰ ਇੱਥੇ ਜਦੋਂ CSI ਐਕਸੀਲੈਂਟ ਵੱਲ ਆ ਗਿਆ ਅਤੇ ਲੋਇਲਟੀ ਜਿਹੜੀ ਹੈ 85 ਤੋਂ ਉੱਪਰ ਹੋ ਜਾਂਦੀ ਹੈ, ਇਹ ਜ਼ੋਨ ਆਫ ਲੋਇਲਟੀ ਹੈ। ਜਿਹੜੇ ਕਸਟਮਰ ਅਸੀਂ ਇੱਥੇ ਪਹੁੰਚ ਕੇ ਸਾਡਾ CSI ਜਦੋਂ ਐਕਸੀਲੈਂਟ ਲੈਵਲ 'ਤੇ ਆ ਗਿਆ ਅਤੇ ਸਾਡੀ ਜਿਹੜੀ ਲੋਇਲਟੀ ਹੈ 80 ਤੋਂ 85% ਤੋਂ ਉੱਪਰ ਪਹੁੰਚ ਗਈ, ਇਹ ਸਾਡਾ ਜਿਹੜਾ ਜ਼ੋਨ ਆਫ ਲੋਇਲਟੀ ਹੈ। ਮਤਲਬ ਆਹ ਜਿਹੜੇ 3 ਸਕੇਅਰ ਬਣਦੇ ਆ, ਪਹਿਲਾ ਸਕੇਅਰ ਹੈ ਇੱਧਰੋਂ 40 ਦੀ ਲਾਈਨ ਸ਼ੁਰੂ ਹੋਈ, ਇੱਧਰ ਗੁੱਡ ਤੱਕ ਗਿਆ, ਇਹ ਜ਼ੋਨ ਆਫ ਡਿਫੈਕਸ਼ਨ ਹੈ ਕਿ ਇੱਥੇ ਜਿਹੜੇ ਇਹ ਕਸਟਮਰ ਨੇ ਇਹ ਦੁਬਾਰਾ ਆਉਣ ਦਾ ਚਾਂਸ ਘੱਟ ਹੁੰਦਾ। ਜਿਹੜਾ ਅਗਲਾ ਸਕੇਅਰ ਬਣਿਆ ਹੈਗਾ 40 ਤੋਂ ਇੱਧਰ ਗੁੱਡ ਤੋਂ ਸ਼ੁਰੂ ਹੋਇਆ, 40 ਤੋਂ ਉੱਪਰ ਚਲਾ ਗਿਆ, 80 ਤੱਕ ਗਿਆ, ਇਹ ਜ਼ੋਨ ਆਫ ਇਨਡਿਫਰੈਂਸ ਹੈ। ਜਿਹੜਾ 80 ਤੋਂ ਉੱਪਰ ਵਾਲਾ ਅਤੇ ਇੱਧਰ ਐਕਸੀਲੈਂਟ ਵਾਲੀ ਸਾਈਡ ਵੱਲ ਨੂੰ ਜਿਹੜਾ ਜ਼ੋਨ ਚੱਲ ਗਿਆ ਉੱਪਰ ਹੈ ਇਹ ਥੋੜ੍ਹਾ, ਪਰ ਇਹ ਜ਼ੋਨ ਆਫ ਲੋਇਲਟੀ ਹੈ। ਇਹ ਕਸਟਮਰ ਨੇ ਕਿਤੇ ਨਹੀਂ ਜਾਣਾ, ਇਹਨੇ ਹਮੇਸ਼ਾ ਸਾਡੇ ਕੋਲ ਹੀ
ਜੋ ਹੈ ਉਹ ਚੀਜ਼ ਲੈਣ ਆਉਣਾ ਹੈ। ਤੇ ਇਹ ਸਾਡੇ ਲਈ ਬੜੇ ਵਧੀਆ ਕਸਟਮਰ ਨੇ, ਇਹਨਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਹ ਵੈਸੇ ਜਦੋਂ ਇੰਨਾ ਲੈਵਲ ਪਹੁੰਚ ਜਾਂਦਾ ਜਿਨ੍ਹਾਂ ਦਾ CSI ਤੇ, ਉਹ ਕਸਟਮਰ ਜਿਹੜਾ ਹੈਗਾ ਉਹ ਰਹਿੰਦਾ ਹੀ ਆਮ ਤੌਰ ਤੇ। ਸੋ ਕਸਟਮਰ ਐਕਸਪੈਕਟੇਸ਼ਨ ਤੇ ਕਸਟਮਰ ਸੈਟਿਸਫੈਕਸ਼ਨ ਜਿਹੜਾ ਟੌਪਿਕ ਹੈ, ਇਸ ਨੂੰ ਆਪਾਂ ਇੱਥੇ ਖ਼ਤਮ ਕਰਦੇ ਹਾਂ। ਅਗਲੇ ਲੈਕਚਰ ਦੇ ਵਿੱਚ ਜੋ ਇਸ ਚੈਪਟਰ ਦਾ ਅਗਲਾ ਟੌਪਿਕ ਹੈ ਟੋਟਲ ਕੁਆਲਿਟੀ ਮੈਨੇਜਮੈਂਟ, ਉਹ ਆਪਾਂ ਡਿਸਕਸ ਕਰਨਾ ਸ਼ੁਰੂ ਕਰਾਂਗੇ। ਥੈਂਕ ਯੂ ਵੈਰੀ ਮਚ।